ਫਾਤਿਹਾ ਨਹੀਂ ਕਰਨਾ ਵਾ ਹਾਂ ਬਤਾਓ ਇਹ ਵੀ ਜ਼ਰੂਰ ਆਣਾ ਠੀਕ ਹੈ। ਮੈਨੂੰ ਉਹਨਾਂ ਦੀ ਡਾਕਟਰ ਕੋਈ ਸਾਹਿਬ ਨੂੰ ਹਮੇਸ਼ਾ ਨਮਾਜ਼ ਦਾ ਵਕਤ ਲਾਜ਼ਮੀ ਹੁੰਦਾ ਜਦੋਂ ਬੁਲਾਓ। ਜੀ ਜਾਰੀ ਰੱਖੋ। ਠੀਕ ਹੈ। ਹੁਣ ਮੈਂ ਕਿਸੇ ਵੀ ਬਜ਼ੁਰਗ ਦੀ ਉਹਨਾਂ ਦੀ ਪਿਛਲੀ ਜਿਹੜੀ ਉਹਨਾਂ ਦੀ ਗਈ ਗੁਜ਼ਰੀ ਹੋਈ ਉਮਰ ਹੈ ਉਹਦੇ ਵਿੱਚ ਉਹਨਾਂ ਜੋ ਕੀਤਾ ਮੈਂ ਉਸ ਅਮਲ ਨੂੰ ਇੱਕ ਅੱਛਾ ਅਮਲ ਸਮਝ ਕੇ ਤੇ ਮੈਂ ਉਹਨਾਂ ਦੀ ਯਾਨੀ ਕਿ ਮੈਂ ਉਸ ਚੀਜ਼ ਨੂੰ ਅੱਛਾ ਜਾਣਦਾ। ਮੈਂ ਚਾਹੁੰਦਾ ਕਿ ਯਾਰ ਇਹ ਅਮਲ ਮੇਰੇ ਵਿੱਚ ਵੀ ਹੋਵੇ ਜਾਂ ਮੈਂ ਇਹਨਾਂ ਵਰਗਾ ਹੋਵਾਂ। ਮੈਂ ਕੋਸ਼ਿਸ਼ ਕਰਾਂ ਜੋ ਇਹਨਾਂ ਨੇ ਕੀਤਾ ਮੈਂ ਵੀ ਉਹ ਕਰਾਂ। ਠੀਕ ਹੈ। ਮਕਸਦ ਇਹ ਕਿ ਹੁਣ ਕੋਈ ਲੋਕ ਆਖਦੇ ਨੇ ਕਿ ਮੈਂ ਬਾਬੇ ਹੋਰਾਂ ਕੋਲੋਂ ਦੁਆ ਕਰਵਾਈ, ਬਾਬੇ ਹੋਰਾਂ ਨੇ ਉਹ ਮੇਰੀ ਉਹ ਫਟਾਫਟ ਮਨਵਾ ਲਈ। ਜਿਵੇਂ ਹੁਣ ਇੱਕ ਇਹਨਾਂ ਦਾ ਹੀ ਇੱਕ ਅਕੀਦਾ ਆਪਣਾ ਕੈਸਰ ਭਾਈ ਕਿ ਥੁੱਕ ਅਸਾਂ ਹੱਥ ਲਿਖਿਆ ਹਜ਼ੂਰ ਨੂੰ ਤੇ ਹਜ਼ੂਰ ਨੂੰ ਹੱਥ ਲੈ ਹੀ ਰਹੇ ਸਾਂ ਤੇ ਮੇਰੀ ਗੱਲ ਪੂਰੀ ਹੋ ਗਈ। ਮਤਲਬ ਇਸ ਬਲੀਫ 'ਚ ਤੇ ਜਿਹੜਾ ਬਾਬੇ ਦੇ ਕੋਲ ਜਾ ਕੇ ਆਉਣਾ ਜੀ ਬਾਬਾ ਜੀ ਮੈਨੂੰ ਦਿਓ ਤੁਸੀਂ ਹੀ ਦੇਣਾ, ਇਹਦੇ 'ਚ ਤਾਂ ਕੋਈ ਫਰਕ ਤੇ ਨਹੀਂ ਰਹਿ ਜਾਂਦਾ ਨਾ। ਮਾਈਕ ਖੋਲੋ ਕੈਸਰ ਭਾਈ। ਮੈਂ ਤੁਹਾਡੀ ਗੱਲ ਸੁਣੀ ਬੜੇ ਗੌਰ ਨਾਲ। ਹਾਲਾਂਕਿ ਇਹਨਾਂ ਚੀਜ਼ਾਂ ਦੇ जी जी बानी ये आप मांगते हैं डॉक्टर साहब उत्ते आ जाना ਯਾਰ ਕੋਈ ਵੀ ਨਹੀਂ ਕਰਦਾ ਇਸ ਤਰੀਕੇ ਦੇ ਨਾਲ। ਮੇਰੀ ਜਿਹੜਾ ਨਾ ਲੋਕ ਸ਼ੀਆਂ ਦੇ ਬਾਰੇ ਬੜੀ ਬੜੀ ਗੱਲਾਂ ਕਰਦੇ ਨੇ ਐ। ਮੇਰੇ ਇੰਨੇ ਦੋਸਤ ਸ਼ੀਆ ਰਹੇ ਨੇ, ਮੈਂ ਉਹਨਾਂ ਦਿਨਾਂ ਵਿੱਚ ਉੱਠਣਾ ਬੈਠਣਾ ਉਹਨਾਂ ਦੇ ਘਰਾਂ 'ਚ ਆਉਣਾ ਜਾਣਾ। ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਅੱਲਾਹ ਤੋਂ ਇਲਾਵਾ ਕਿਸੇ ਕੋਲੋਂ ਮੰਗਦਾ ਹੋਵੇ। ਕੱਲ੍ਹ ਇੱਕ ਬੰਦਾ ਕਹਿ ਰਿਹਾ ਸੀ ਪ੍ਰਾਈਮ ਮਿਨਿਸਟਰ ਜਿਹੜਾ ਨਾ ਉਹ ਕਬਰ ਨੂੰ ਸਜਦੇ ਕਰਦਾ। ਇਮਰਾਨ ਖਾਨ ਦੀ ਗੱਲ ਕਰ ਰਿਹਾ। ਉਸਦਾ ਆਪਣਾ ਬਿਆਨ ਪਤਾ ਕੀ ਆਇਆ, ਕਹਿੰਦਾ ਮੈਂ ਤਾਂ ਬੋਸਾ ਦਿੱਤਾ ਸੀ, ਮੈਂ ਤਾਂ ਸਜਦਾ ਕੀਤਾ ਹੀ। ਕਿਤਨੀ ਗਲਤ ਫਹਿਮੀਆਂ ਫੈਲਾਉਂਦੇ ਨਾ ਅੱਧੀਆਂ ਦੀਆਂ ਗੱਲਾਂ ਦੇਖ ਕੇ ਤੇ ਆਪਣੇ ਕੋਲੋਂ ਗੱਲਾਂ ਫੈਲਾ ਦੇਣੀਆਂ। ਨਹੀਂ ਇਹਦੇ ਵਿੱਚ ਵੀ ਤਾਂ ਮਸਲਾ ਫਿਰ ਦੇਖਣਾ ਨਾ ਸੀ ਕੀ ਹੈ ਮਲਕ ਸਾਹਿਬ। ਅਗਰ ਤੇ ਤੁਸੀਂ ਕਬਰ ਨੂੰ ਬੋਸਾ ਜਾਂ ਤਾਜ਼ੀਮ ਦੀ ਨੀਅਤ ਨਾਲ ਨਾ ਝੁਕ ਗਏ ਹੋ ਨਾ, ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬੋਸਾ ਦੇਣ ਵਾਸਤੇ ਉਹ ਝੁਕਿਆ ਤੇ ਲੋਕਾਂ ਨੂੰ ਨਜ਼ਰ ਆਇਆ ਸ਼ਾਇਦ ਇਹ ਪਿਆ ਸਜਦਾ ਕਰਦਾ ਹੈ, ਤੇ ਅਗਰ ਤੇ ਉਹਨੇ ਤਾਜ਼ੀਮਨ ਵੀ ਇਹ ਕੰਮ ਕੀਤਾ ਤਾਂ ਵੀ ਹਰਾਮ ਹੈ। ਠੀਕ ਹੈ। ਅਗਰ ਉਸਨੇ ਇਬਾਦਤ ਦੀ ਨੀਅਤ ਨਾਲ ਕੀਤਾ ਹੈ ਤੇ ਫਿਰ ਉਹ ਕੁਫਰ ਹੈ, ਉਹ ਸ਼ਿਰਕ ਹੈ, ਉਹ ਦਾਇਰਾ ਇस्लाम ਤੋਂ। हदीस है माँ के कदमों को बोसा देना गोया जन्नत की दलीज को बोसा देने के बराबर है। हुण के करोगे? माँ नूं के कहोगे कि पैरा पहले लत्तां चुक के टेबल ते रख मैं बोसा देना? हद हो गई यार। ये मसले नूं नहीं ना समझ रहे। मसला की है? मसला ये है कि अगर बयान कीता है और उसने अगले लफ्ज़ां विच ये गल कही है डॉक्टर इमरान खान ने, उसने गल क्लीयर की है कि जेड़ा बंदा ये कहता है कि ला इलाहा इल्लल्लाह मुहम्मद रसूल अल्लाह, यानी कि नहीं है कोई अल्लाह के सिवा, इत्थे ही सारा शेर खत्म हो जाता है। मेरा अल्लाह तो अलावा कोई भी नहीं है, मैं तो अल्लाह को मंगता हमेशा, बस तो गल खत्म हो गई। बाकी सब गल्लां बड़ियां ने गल्लां। दसो ना किस तरह माँ दे कदमां नूं बोसा किस तरह दिओगे? हुणे ते नहीं ना कि तुसीं सजदा करोगे जाके। ਇਹ ਵੀ ਨਹੀਂ ਕਰੋਗੇ ਨਾ ਕਿ ਮਾਂ ਨੂੰ ਕਹੋਗੇ ਕਿ ਹੁਣ ਤੂੰ ਲੱਤਾਂ ਟੇਬਲ ਤੇ ਰੱਖ। ਅੱਛਾ ਹੁਣ ਮੈਂ ਗੱਲ ਕਰਨਾ ਵਾ, ਕਰਦਾ ਨਾ ਕਿ ਤੁਸੀਂ ਇਸ ਤਰੀਕੇ ਨਾਲ ਕਿਸ ਨਾਲ ਲੈ ਰਹੇ ਹੋ ਤੇ ਦੇਖਣ ਵਾਲੇ ਕੀ ਸਮਝ ਰਹੇ ਨੇ। ਅੱਛਾ ਹੁਣ ਮੈਂ ਗੱਲ ਕਰਨਾ ਵਾ ਰਾਜਾ ਸਾਹਿਬ। ਹੁੰਦਾ ਨਾ ਉਹ ਜ਼ਾਹਿਰ ਤੇ ਲੱਗਦਾ, ਬਾਤਨ ਤੇ ਕਿਸੇ ਨਹੀਂ ਦੇਖਿਆ ਨਾ ਕਿਸੇ ਦਾ, ਉਹਦੇ ਦਿਲ 'ਚ ਕੀ ਹੈ, ਜ਼ਾਹਿਰ ਤੇ ਫਤਵਾ ਲੱਗੇਗਾ ਨਾ। ਹੁਣ ਮੇਰੀ ਵਾਲਦਾ ਨੇ ਮੈਨੂੰ 에ਅਰਪੋਰਟ ਤੇ ਛੱਡਣ ਆਇਆ ਸੀ ਤੇ ਖਲੋਤੇ ਹੋਏ ਸਨ ਜੀ, ਤੇ ਮੈਂ ਜਿਵੇਂ ਉਹ ਸਜਦੇ ਦੀ ਸ਼ੇਪ ਨਹੀਂ ਬਣ ਜਾਂਦੀ, ਇੱਕ ਪੂਰੀ ਸ਼ਕਲ ਸਜਦੇ ਦੀ ਬਣ ਜਾਂਦੀ। ਮੈਂ ਜਦੋਂ ਬੋਸਾ ਦੇਣ ਲੱਗਾ ਘੁਟਨੇ ਟੇਕ ਕੇ ਤੇ ਮੈਂ ਉਹ ਪੈਰਾਂ ਨੂੰ ਬੋਸਾ ਦਿੱਤਾ ਤੇ ਉਹ ਇੱਕ ਸਜਦੇ ਦੀ ਪੂਰੀ ਸ਼ਕਲ ਬਣ ਗਈ। ਲੇਕਿਨ ਮੈਂ ਸਿਰਫ ਔਰ ਸਿਰਫ ਨੀਅਤ ਇਹ ਹੈ ਕਿ ਮੇਰੀ ਕਿ ਮੈਂ ਜੰਨਤ ਨੂੰ ਦੀ ਦਹਲੀਜ਼ ਚੁੰਮ ਰਿਹਾ ਜਾਂ ਮੈਂ ਜੰਨਤ ਨੂੰ ਚੁੰਮ ਰਿਹਾ, ਮੇਰਾ ਇਮਾਨ ਹੈ। ਠੀਕ ਹੈ। ਤੇ ਹੁਣ ਮੇਰੀ ਇਸ ਨੀਅਤ ਨੂੰ ਤੁਸੀਂ ਕਿਵੇਂ ਬਾਂਧ ਸਕਦੇ ਹੋ ਕਿ ਮੇਰੇ ਹੁਣ ਸਜਦੇ ਦੀ ਵੀ ਪੂਰੀ ਸ਼ਕਲ ਬਣ ਗਈ ਹੈ ਔਰ ਬੋਸਾ ਵੀ ਮੈਂ ਸਿਰਫ ਆਪਣੀ ਮਾਂ ਦੇ ਪੈਰਾਂ ਨੂੰ ਦੇ ਰਿਹਾ ਵਾਂ। ਬਜ਼ੁਰਗ ਵੀ ਕੋਲ ਖਲੋਤੇ ਨੇ, ਉਹਨਾਂ ਨੇ ਵੀ ਪੈਰ ਚੁੰਮੇ ਨੇ। ਠੀਕ ਹੈ ਤੇ ਠੀਕ ਹੈ, ਉਹਦੇ 'ਚ ਤੁਹਾਡੀ ਨੀਅਤ ਦੇਖੀ ਜਾਏਗੀ। ਅਗਰ ਤੇ ਤੁਸੀਂ ਨੀਅਤ ਅੱਛੀ ਸੀ ਤੇ ਇਬਾਦਤ ਦੀ ਜਾਂ ਤਾਜ਼ੀਮ ਦੀ ਕੋਈ ਨੀਅਤ ਨਹੀਂ ਸੀ, ਉਸ ਤੋਂ ਹਟ ਕੇ ਸੀ ਤੇ ਫੇਰ ਤਾਂ ਨਹੀਂ, ਕਿਉਂਕਿ ਦੋ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਉਹ ਦੇਖੀਆਂ ਜਾਣਗੀਆਂ ਨਾ ਕਿ ਅਗਰ ਤਾਜ਼ੀਮਨ ਸਜਦਾ ਕੀਤਾ ਹੈ ਇੱਜ਼ਤ ਵਾਸਤੇ ਤੇ ਫਿਰ ਉਹ ਹਰਾਮ ਹੈ, ਤੇ ਜੇ ਇਬਾਦਤ ਦੀ ਨੀਅਤ ਨਾਲ ਕੀਤਾ ਤੇ ਫਿਰ ਉਹ ਸ਼ਿਰਕ ਹੈ, ਕੁਫਰ ਹੈ। ਹਾਂ ਤੁਸੀਂ ਜਿਹੜੀ ਤੀਸਰੀ ਗੱਲ ਕਰ ਰਹੇ ਹੋ ਉਹਦੇ ਤੇ ਨਹੀਂ ਫਿਰ ਤੁਹਾਡੇ ਤੇ ਕੋਈ ਫਤਵਾ ਹੈ।
ਇਹ ਫਤਵਿਆਂ ਤੋਂ ਤਾਂ ਮੈਨੂੰ ਬੜੀ ਨਫ਼ਰਤ ਹੈ ਬਹੁਤ ਵੱਡੀ। ਨਹੀਂ ਹੁਣ ਕੈਸਰ ਭਾਈ ਮੈਂ ਨਹੀਂ ਤੁਹਾਨੂੰ ਇਹ ਦੱਸ ਗੱਲ ਰਿਹਾ ਤਾਂ ਕਿ ਨਾ ਇੱਕ ਮਲਕ ਪੂਰੀ ਸਾਹਿਬ ਤੁਸੀਂ ਸ਼ੇਪ ਕਰੋਗੇ ਫਤਵਿਆਂ ਤੋਂ, ਸ਼ਰੀਅਤ ਤੋਂ ਬਾਹਰ ਤਾਂ ਕੋਈ ਚੀਜ਼ ਨਹੀਂ ਨਾ ਹੈ। ਇਹਨਾਂ ਹੁਣ ਮੈਂ ਫਤਵਿਆਂ ਕੈਸਰ ਭਾਈ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਪੂਰੀ ਸੰਤ ਸ਼ੇਪ ਭਾਈ। ਬਣ ਗਈ ਹੈ ਸਜਦੇ ਦੀ। ਹੁਣ ਦੁਨੀਆ ਯਾਨੀ ਕਿ ਹੁਣ ਉਹਦੇ ਤੋਂ ਇੱਕ ਮੁਰਾਦ ਲਵੇ ਕਿ ਇਹਨੇ ਆਪਣੀ ਮਾਂ ਨੂੰ ਸਜਦਾ ਕੀਤਾ। ਹੁਣ ਇੱਕ ਹਦੀਸ ਦਾ ਮਫਹੂਮ ਹੈ ਕਿ ਇੱਕ ਜਿਹੜਾ ਉਹ ਮਸਜਿਦ ਦੇ ਵਿੱਚ ਨਬਵੀ ਦੇ ਵਿੱਚ ਇੱਕ ਬੰਦਾ ਦਾਖਲ ਹੋਇਆ ਸਹਾਬੀ, ਤੇ ਉਹ ਜਲਦੀ ਚ ਉਹਨਾਂ ਵਜ਼ੂ ਕੀਤਾ ਤੇ ਉਹ ਜਲਦੀ ਵਿੱਚ ਉਹਨਾਂ ਨੇ ਨਮਾਜ਼ ਪੜ੍ਹ ਲਈ, ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇਖ ਰਹੇ ਸਨ ਬੈਠ ਕੇ, ਤੇ ਆਪ ਨੇ ਉਹਨਾਂ ਨੂੰ ਨਾ ਆਪਣੇ ਕੋਲ ਬੁਲਾਇਆ ਤੇ ਫਰਮਾਇਆ ਕਿ ਤੁਸੀਂ ਜਿਹੜਾ ਨਾ ਉਹ ਦੁਬਾਰਾ ਨਮਾਜ਼ ਪੜ੍ਹੋ ਜਾ ਕੇ। ਉਹਨਾਂ ਨੇ ਦੁਬਾਰਾ ਪੜ੍ਹੀ, ਫਿਰ ਉਹਨਾਂ ਨੇ ਜਲਦੀ ਤੇਜ਼ੀ ਵਿੱਚ ਨਾ ਨਮਾਜ਼ ਪੜ੍ਹੀ, ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਿਰ ਬੁਲਾਇਆ, ਫਰਮਾਇਆ ਕਿ ਨਹੀਂ ਫਿਰ ਜਾ ਕੇ ਪੜ੍ਹੋ, ਤੁਸੀਂ ਨਹੀਂ ਸਹੀ ਪੜ੍ਹੀ। ਉਹਨਾਂ ਨੇ ਤੀਸਰੀ ਦਫਾ ਵੀ ਪੜ੍ਹੀ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਿਰ ਬੁਲਾ ਲਿਆ ਕਿ ਨਹੀਂ ਤੁਸੀਂ ਨਹੀਂ ਸਹੀ ਪੜ੍ਹੀ। ਫਿਰ ਉਹਨੇ ਇਰਸ਼ਾਦ ਕੀਤਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿ ਤੁਸੀਂ ਫਰਮਾ ਦਿਓ ਕਿ ਕਿਸ ਤਰ੍ਹਾਂ ਪੜ੍ਹਨੀ। ਹੁਣ ਇੱਥੇ ਉਹ ਗੱਲ ਆ ਗਈ ਨਾ ਜਿਹੜੀ ਗੱਲ ਕਰਨੀ ਸੀ, ਹਾਲਾਂਕਿ ਉਹ ਬੰਦਾ ਕਹਿੰਦਾ ਨਾਉਜ਼ ਬਿल्ला ਮਾਜ਼ਅल्लाह, ਅੱਲਾਹ ਤਾਲਾ ਮਾਫ ਕਰੇ, ਜਿਸ ਤਰ੍ਹਾਂ ਮਲਕ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਫਤਵਾ ਕੀ ਹੈ, ਫਤਵੇ ਦੀ ਤਾਂ ਕੋਈ ਹਸੀਅਤ ਨਹੀਂ। ਫਿਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨੂੰ ਇਰਸ਼ਾਦ ਫਰਮਾਇਆ ਕਿ ਪਹਿਲੇ ਦੋਨਾਂ ਕੰਨਾਂ ਤੱਕ ਆਪਣਾ ਹੱਥ ਉਠਾ, ਫਿਰ ਹੱਥ ਬੰਦ, ਫਿਰ ਕੁਰਾਨ ਪਾਕ ਦੀਆਂ 3 ਆਇਤਾਂ ਪੜ੍ਹ, ਠੀਕ ਹੈ, ਤਲਾਵਤ ਕਰ, ਫਿਰ ਰਕੂ ਜਾ ਬਕਾਇਦਾ, ਫਿਰ ਸਜਦੇ ਜਾ, ਫਿਰ ਅਤਾਹਿਯਾਤ ਜਿਹੜਾ ਬਹਿਨੇ ਸੀ ਉਹ ਪੂਰੀ, ਤੇ ਫਿਰ ਸਲਾਮ ਫੇਰਦੇ। ਇਸੇ ਤਰ੍ਹਾਂ ਆਪਣੀ ਬਾਕੀ ਰਕਾਤ ਨੂੰ ਵੀ ਮੁਕੰਮਲ ਕਰ। ਹੁਣ ਇਹਦੇ ਤੋਂ ਸਾਨੂੰ ਕੀ ਪਤਾ ਲੱਗਾ ਮਲਕ ਸਾਹਿਬ? ਇਹ ਤੇ ਸਾਨੂੰ ਇਹ ਪਤਾ ਲੱਗਾ ਕਿ ਰਸੂਲੁल्लाह सल्लल्लाहु अलैहि वसल्लम ने उन्हें ਦੱਸ ਦਿੱਤਾ ਕਿ ਨਮਾਜ਼ ਕਿਵੇਂ ਪੜ੍ਹਨੀ ਹੈ। ਤਰਬੀਅਤ ਫਰਮਾਈ ਨਾ, ਤੇ ਫਤਵਾ ਇਸੇ ਚੀਜ਼ ਦਾ ਨਾਮ ਹੈ। ਤੁਸੀਂ ਪਤਾ ਨਹੀਂ ਕੀ ਸਮਝਦੇ ਹੋ ਕਿ ਫਤਵਾ ਪਤਾ ਨਹੀਂ ਕੀ ਕੋਈ ਬਲਾ ਹੈ ਕੋਈ ਚੀਜ਼। ਫਤਵਾ ਤੋਂ ਮੁਰਾਦ ਇਹ ਹੁੰਦਾ ਰਾਏ, ਆਪਣੀ ਰਾਏ ਦੇਣਾ, ਇਹਨੂੰ ਫਤਵਾ ਕਹਿੰਦੇ ਨੇ। ਮੌਲਵੀ ਫਤਵੇ ਲਾਉਂਦੇ ਵੀ ਬੜੇ ਨਹੀਂ, ਇਹ ਵੀ ਤੁਹਾਨੂੰ ਦੱਸਦਾ ਹੋਇਆ ਸੀ। ਉਹ ਨਹੀਂ ਕੋਈ ਨਹੀਂ ਲਾਉਂਦੇ, ਕੀ ਕਰਦੇ ਮਲਕ ਸਾਹਿਬ, ਇਸਲਾਹ ਕਰਦੇ ਨੇ ਇਹ ਤੇ ਮੁਫਤੀ ਸਾਹਿਬ ਉਲਮਾ। ਨੇ ਲਾਏ ਨੇ। ਮੈਂ ਕਸਮ ਉਠਾ ਕੇ ਕਹਿਣਾ ਅਗਰ ਉਲਮਾ ਨਾ ਹੁੰਦੇ ਨਾ ਤੇ ਇਹ ਦੀਨ ਦੀ ਜੋ ਇਸ ਟਾਈਮ ਤੱਕ ਹੈ ਨਾ ਜਿਹੜੀ ਉਹ ਬਚਤ, ਇਹ ਵੀ ਨਾ ਰਹਿੰਦੀ ਅਗਰ ਉਲਮਾਏ ਦੀਨ ਨਾ ਹੁੰਦੇ। ਉਹ ਗੱਲ ਠੀਕ ਹੈ, ਲੇਕਿਨ ਉਲਮਾਏ ਦੀਨ ਫਤਵੇ ਵੀ ਬੜੇ ਲਾਉਂਦੇ ਨੇ ਯਾਰ। ਸਾਰਿਆਂ ਇੱਕ ਦੋ ਅਗਰ ਐਸਾ ਕੋਈ ਹੈ ਜਿੰਨਾ ਕੋਈ ਐਸਾ ਕੰਮ ਕਰ ਦਿੱਤਾ ਤਾਂ ਤੁਸੀਂ ਬਾਕੀਆਂ ਨੂੰ ਤਾਂ ਨਾ ਕਹੋ ਕਿ ਬਾਕੀ ਵੀ ਸਾਰੇ। सैयद ज़फ़रुल्लाह शाह साहब जैसे, तो क्या बात है, बहुत प्यारा बंदा है। ਉਹ ਅੱਛਾ ਇੱਕ ਹੋਰ ਨਾ ਮੈਨੂੰ ਸਵਾਲ ਯਾਦ ਆਇਆ। ਮੈਂ ਕੱਲ ਨੂੰ ਉਹ ਕੋਈ ਸ਼ੇਰ- ਫਤਵਾ ਦੇ ਦੇਣ, ਆਪਣੀ ਰਾਏ ਦੇ ਦੇਣ ਜਿਹੜੀ ਤੁਹਾਨੂੰ ਪਸੰਦ ਨਾ, ਤੁਸੀਂ ਤਾਂ ਕਹਿ ਦੇਣਾ ਇਹ ਵੀ ਕੌਣ ਠੀਕ। ओए, ਅੱਛਾ ਉਹ ਕੈਸਰ ਭਾਈ ਫਤਵੇ ਤੋਂ ਮੈਨੂੰ ਇੱਕ ਗੱਲ ਯਾਦ ਆਈ। ਮੈਂ ਨਸਾਂ, ਮੈਂ ਚੱਲਾਂ, ਮੈਂ ਨਸ ਚੱਲਾਂ, ਮੈਂ ठहर इन्हू मैं बड़ी ज्यादा लोड है। ਅੱਛਾ ਮੇਰੀ ਗੱਲ ਤੇ ਸੁਣੋ। ਮਲਕ ਸਾਹਿਬ ਮੈਨੂੰ ਬਚਾ ਲਿਓ, ਤੁਹਾਡੀ ਮਿਹਰ। ਆ ਗਿਆ ਜਨਾ। ਅੱਛਾ ਆਪਣਾ ਨਾ ਕੈਸਰ ਭਾਈ, हाँ जी, ਯਾਨੀ ਕਿ ਅੱਲਾਹ ਪਾਕ ਨੇ ਰਹਿਮਤ ਦਿੱਤੀ ਹੈ, ਇੱਕ ਬੇਟੀ ਹੈ ਤੇ ਯਾਨੀ ਕਿ 2 ਸਾਲ ਏਜ ਹੈ ਤੇ ਜ਼ੁਬਾਨ ਯਾਨੀ ਕਿ ਥਥਲਾਉਂਦੀ ਹੈ। ਤੇ ਹੁਣ ਉਹ ਨਾ ਦੂਸਰਾ ਕਲਮਾ ਪੜ੍ਹਦੀ ਹੈ ਤੇ ਜਿਹਦੇ 'ਚ ਆਉਂਦੇ ਨੇ ਅਸ਼ਹਦੁ ਅੰਨਾ, ਠੀਕ ਹੈ, ਉਹ ਪੜ੍ਹਦੀ ਹੈ ਅਸ਼ਹਦੁ ਮੰਨਾ, ਯਾਨੀ ਕਿ ਉਹਨੇ ਪੜ੍ਹਨਾ ਹੁੰਦਾ ਅਸ਼ਹਦੁ ਮੰਨਾ। ਹੁਣ ਮੈਨੂੰ ਇੱਕ ਦੋਸਤ ਕਹਿ ਰਿਹਾ ਜਾਂ ਮੈਂ ਸੌਰੀ ਇੱਕ ਰਿਸ਼ਤੇਦਾਰ ਹੈ, ਉਹ ਕਹਿ ਰਿਹਾ ਕਿ ਇਹਨੂੰ ਨਾ ਅਜੇ ਅਸ਼ਹਦੁ ਮੰਨਾ ਇਹਦੇ ਮਾਨੀ ਬਦਲ ਜਾਂਦੇ ਨੇ ਤੇ ਇਹ ਨਾ ਇਹਨੂੰ ਨਾ ਮਨਾ ਕਰਿਆ ਕਰ ਕਿ ਨਹੀਂ ਪੜ੍ਹਨਾ ਚਾਹੀਦਾ। ਕਿਆ ਇਹ ਚੀਜ਼ ਦਰੁਸਤ ਹੈ? ਕਿਉਂ ਰਾਜਾ ਸਾਹਿਬ? वो कह रहे मैं ਜੀ गड्डी ਸੌਰੀ, ਦੱਸਿਓ ਜੀ ਕੈਸਰ ਭਾਈ। ਕੀ ਗੱਲ ਕਰ ਰਹੇ ਸੀ ਉਹ? ਅਸ਼ਹਾਦੁ ਅੰਨਾ ਦੀ ਜਗ੍ਹਾ ਕੀ ਪੜਾ? ਉਹ ਮੇਰੀ ਬੇਟੀ ਹੈ ਤੇ ਉਹਦੀ ਜ਼ੁਬਾਨ ਯਾਨੀ ਕਿ 2 ਸਾਲ ਦੀ ਹੈ, ਫਿਰ ਚਲੇ ਗਏ। ਮੈਂ ਸੁਣ ਰਿਹਾ, ਤੁਸੀਂ ਬੋਲੋ, ਮੈਂ ਸੁਣ ਰਿਹਾ। ਠੀਕ ਹੈ, ਉਹ ਅਸ਼ਹਦੁ ਅੰਨਾ ਜਿਹੜਾ ਨਹੀਂ ਹੁੰਦਾ ਨਾ, ਉੱਥੇ ਉਹ ਪੜ੍ਹਦੀ ਅਸ਼ਹਦੁ ਮੰਨਾ, ਠੀਕ ਹੈ, ਦੂਸਰਾ ਕਲਮਾ ਜਿਹੜਾ ਅਸ਼ਹਦੁ ਮੰਨਾ ਪੜ੍ਹਦੀ। ਤੇ ਮੇਰਾ ਯਾਨੀ ਕਿ ਰਿਸ਼ਤੇਦਾਰ ਕਹਿੰਦਾ ਕਿ ਇਹਦੇ ਮਾਨੀ ਬਦਲ ਜਾਂਦੇ ਨੇ, ਇਹਨੂੰ ਮਨਾ ਕਰਿਆ ਕਰ, ਨਾ ਪੜਾਇਆ ਕਰ। ਯਾਨੀ ਕਿ ਮੈਂ ਉਹਦੀ ਕਰੈਕਸ਼ਨ ਕਰਨ ਦੀ ਪੂਰੀ ਕੋਸ਼ਿਸ਼, ਈਵਨ ਕਿ ਉਹਦੀ ਵਾਲਦਾ ਵੀ ਉਹਨੂੰ ਪੂਰੀ ਕਰੈਕਸ਼ਨ ਕਰਨ ਦੀ ਕੋਸ਼ਿਸ਼ ਕਰਦੀ। ਰਾਤ ਦੇ ਟਾਈਮ ਅਕਸਰ ਔਕਾਤ ਜਦੋਂ ਉਹ ਬੇਟਾ ਔਰ ਬੇਟੀ ਜਦੋਂ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਇਹੀ ਤਾਲੀਮ ਦਿੰਦੀ ਹੁੰਦੀ। ਲੇਕਿਨ ਜਦੋਂ ਅਸ਼ਹਦੁ ਮੰਨਾ ਪੜ੍ਹਦੀ ਤਾਂ ਮੇਰਾ ਇੱਕ ਦੋਸਤ ਕਹਿੰਦਾ ਕਿ ਇਸ ਨੂੰ ਯਾਨੀ ਕਿ ਮਨਾ ਕਰਿਆ ਕਰ, ਨਾ ਪੜ੍ਹੇ ਕਰੇ। ਤੇ ਮੇਰਾ ਬਿਲੀਵ ਹੈ ਕਿ ਉਹਦੀ ਕਰੈਕਸ਼ਨ ਹੋਣੀ ਚਾਹੀਦੀ, ਨਾ ਕਿ ਉਹਨੂੰ ਮੈਂ ਮਨਾ ਕਰਾਂ ਕਿ ਨਾ ਪੜਿਆ। ਨਹੀਂ, ਉਹ ਜਿਹੜਾ ਤੁਹਾਡਾ ਦੋਸਤ ਹੈ ਨਾ, ਉਹ ਤੇ ਚਲੋ ਆਪਣੀ ਰਾਏ ਦੇ ਰਿਹਾ ਹੈ, ਉਹ ਆਪਣੀ ਰਾਏ ਦੇ ਵਿੱਚ ਹੋ ਸਕਦਾ ਉਹਦੀ ਨੀਅਤ ਨੇਕ ਹੋਵੇ,
ਕਿ ਉਹ ਸਮਝਾਣੇ ਦੀ ਨਹੀਂ ਦੇ ਰਹੇ, ਲੇਕਿਨ ਜੋ ਸ਼ਰੀਅਤ ਕਹਿ ਰਹੀ ਹੈ ਕਿ ਇਹ ਤੇ 2 ਸਾਲ ਦੀ ਹੈ, ਉਹਦੇ ਉੱਤੇ ਤੇ ਕੋਈ ਹੱਦ ਨਹੀਂ, ਪਹਿਲੀ ਗੱਲ ਤੇ ਹੈ, ਠੀਕ ਹੈ। ਤੇ ਉਹਨੂੰ ਇਹ ਪੜ੍ਹਨਾ ਵੀ ਨਹੀਂ ਆਂਦਾ, ਉਹ ਬੱਚੀ ਹੈ, ਛੋਟੀ ਹੈ, ਤੇ ਜਿਸ ਤਰ੍ਹਾਂ ਵੀ ਪੜ੍ਹ ਰਹੀ ਹੈ ਉਹਦੇ ਤੇ ਕੋਈ ਨਹੀਂ ਹੈ। ਹਾਂ, ਮਾਂ-ਬਾਪ ਦੀ ਤਰਫ ਇਹ ਡਿਊਟੀ ਹੈ ਕਿ ਉਹ ਕੋਸ਼ਿਸ਼ ਕਰਨ ਕਿ ਉਹਨੂੰ ਸਹੀ ਤਲਫਜ਼ ਹੁਣੇ ਤੋਂ ਮਤਲਬ ਦੱਸਣਾ ਸ਼ੁਰੂ ਕਰ ਦੇਣ ਕਿ ਇੰਜ ਨਹੀਂ, ਇਹ ਇੰਜ ਹੈ। ਲੇਕਿਨ ਅਗਰ ਉਹ ਪੜ੍ਹ ਰਹੀ ਹੈ ਤੇ ਉਹਦੇ ਤੇ ਕੋਈ ਐਸਾ ਹੱਦ ਨਹੀਂ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਕਿਉਂਕਿ ਉਹ ਤੇ ਆਈਏ 2 ਸਾਲ ਦੀ ਹੈ। ਜਦੋਂ ਤੱਕ ਉਹ ਬਾਲਿਗ ਨਹੀਂ ਹੋਏਗੀ ਉਹਦੇ ਤੇ ਤਾਂ ਕੋਈ ਸ਼ਰੀਅਤ ਲਾਗੂ ਹੀ ਨਹੀਂ ਹੋਏਗੀ। ਬਿਲਕੁਲ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਚੀਜ਼ ਲੇਕਿਨ ਤੁਸੀਂ ਇਸ ਵਜ੍ਹਾ ਤੋਂ ਮਨਾ ਕਰ ਦਿਓ ਕਿ ਨਾ ਪੜ੍ਹ, ਤੇ ਇਹ ਸ਼ਰੀਅਤ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇਗਾ ਕਿ ਤੁਸੀਂ ਮਤਲਬ ਹੁਣ ਬੱਚਾ ਅਗਰ ਕੋਈ ਨਮਾਜ਼ ਪੜ੍ਹਨਾ ਤੁਸੀਂ ਨਾਲ ਲੈ ਕੇ ਜਾਂਦੇ ਹੋ, 2 ਸਾਲ ਦਾ, 3 ਸਾਲ ਦਾ, 4 ਸਾਲ ਦਾ, 6 10 ਸਾਲ ਦਾ ਈਵਨ ਬੱਚਾ ਹੈ, ਤੁਸੀਂ ਉਹਨੂੰ ਨਾਲ ਲੈ ਕੇ ਜਾਂਦੇ ਹੋ ਤੇ ਉਹ ਪਤਾ ਮਤਲਬ ਉਹ ਨਮਾਜ਼ ਛੋੜ ਕੇ ਤੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ, ਤੇ ਹੁਣ ਕੀ ਮਤਲਬ ਤੁਸੀਂ ਲੈ ਕੇ ਨਹੀਂ ਜਾਓਗੇ? ਬਿਲਕੁਲ ਨਹੀਂ, ਇਸਲਾਮ ਦੇ ਵਿੱਚ ਤੇ ਇਸ ਚੀਜ਼ ਦੀ ਨਹੀਂ ਹੈ ਮਾਨਤ ਕਿ ਤੁਸੀਂ ਉਹਨੂੰ ਮਨਾ ਫਰਮਾ ਦਿਓ। ਉਹ ਤੁਸੀਂ ਉਹਨੂੰ ਲੈ ਕੇ ਈਵਨ ਜ਼ਰੂਰ ਕਿ ਜਾਓ, ਯਾਰ ਆਪਣੇ ਮੈਂ ਨਾਲ ਉਹਨੂੰ ਸ਼ੌਕ ਵੇਖਿਆ ਪੈਦਾ ਹੋਏਗਾ। ਤੁਰਕੀ ਦੇ ਵਿੱਚ ਨਾ, ਉਹ ਤੁਸੀਂ ਵੇਖਿਆ ਹੋਣਾ, ਹਾਂ ਤੁਰਕੀ ਅਗਰ ਬੱਚਿਆਂ ਦੇ ਪਿੱਛੇ ਪਲੇਗਰਾਉਂਡ ਬਣਿਆ ਹੁੰਦਾ ਹੈ, ਅੱਗੇ ਜਮਾਤ ਹੋ ਰਹੀ ਹੈ ਤੇ ਬੱਚਿਆਂ ਵਾਸਤੇ ਉਹਨਾਂ ਬਕਾਇਦਾ ਉਹ ਰੱਖੇ ਹੁੰਦੇ ਨੇ, ਝੂਲੇ ਵਗੈਰਾ ਵੀ, ਟॉयਜ਼ ਵਗੈਰਾ ਵੀ ਪਏ ਹੁੰਦੇ ਨੇ। ਤੁਸੀਂ ਅਕਸਰ ਯਾਨੀ ਕਿ ਤੁਰਕੀ ਦੀਆਂ ਮਸਜਿਦ 'ਚ ਜੇਕਰ ਜਾਣ ਹੋਇਆ ਨਾ, ਤੁਸੀਂ ਵੇਖੋਗੇ ਕਿ ਬਕਾਇਦਾ ਯਾਨੀ ਕਿ ਪਿਆ ਹੁੰਦਾ ਹੈ ਸਮਾਨ। ਹਾਂ, ਇੱਕ ਹੋਰ ਵੀ ਮਸਲਾ ਹੈ, ਅਗਰ ਉਹ ਨੇਚਰਲੀ ਕੋਈ ਲੁਕਨਤ ਹੈ ਜ਼ੁਬਾਨ ਦੇ ਅੰਦਰ ਤੇ ਫੇਰ ਵੀ ਉਹਦੇ ਤੇ ਕੋਈ, ਬੇਸ਼ੱਕ ਉਹ ਬਾਲਗ ਵੀ ਹੋ ਗਈ ਹੈ, ਤੇ ਪਤਾ ਹੈ ਕੁਝ ਲੋਕਾਂ ਦੀ ਜ਼ੁਬਾਨ ਦੇ ਵਿੱਚ ਲੁਕਨਤ ਹੁੰਦੀ ਹੈ, ਔਰ ਉਹਦੇ ਤੇ ਸ਼ਰੀਅਤ ਜਿਹੜੀ ਹੈ ਉਹ ਕੋਈ ਹੱਥ ਨਹੀਂ ਲਾਉਂਦੀ ਉਹਦੇ ਤੋਂ, ਮਤਲਬ ਉਹ ਇੱਕ ਸ਼ਰੀ ਉਜ਼ਰ ਆ ਜਾਂਦਾ ਹੈ। ਮਤਲਬ ਮਿਸਾਲ ਦੇ ਤੌਰ ਤੇ ਇੱਕ ਬੰਦੇ ਨੂੰ ਕੋਈ ਐਸਾ ਮਸਲਾ ਹੈ ਕਿ ਉਹ ਖੜੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦਾ, ਤੇ ਕਿਆ ਹੁਣ ਸ਼ਰੀਅਤ ਨੂੰ ਇਹੀ ਕਵੇ ਕਿ ਨਹੀਂ ਨਹੀਂ ਤੂੰ ਖਲੋ ਕੇ ਪੜ੍ਹ? ਉਹ ਬਹਿ ਕੇ ਵੀ ਪੜ੍ਹ ਸਕਦਾ ਹੈ। ਬਾਕੀ ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਸੀ ਉਹ ਇਹੀ ਸੀ ਕਿ ਇਹ ਜਿਹੜੇ ਹੈ ਨਜੂਮੀ ਬਾਬਾ, ਇਹ ਹੱਥ ਦਿਖਾਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸਲਾਮ ਦੇ ਵਿੱਚ ਇਹਦੀ ਬਹੁਤ ਸਖਤ ਜਿਹੜੀ ਉਹ ਮਮਾਨਤ ਹੈ ਕਿ ਮਨਾ ਫਰਮਾਇਆ ਗਿਆ ਕਿ ਕੰਮ ਨਾ ਕਰੋ। ਓਕੇ ਕਰੋ। ਬਾਕੀ ਮੈਂ ਜ਼ਰਾ ਨਾ ਯਾਰ ਘਰੋਂ ਫੋਨ ਆ ਰਿਹਾ, ਮੁਸਤਕਬਲ ਦਾ ਹਾਲ ਜਾਣਨੇ ਦੀ ਕੋਸ਼ਿਸ਼ ਕਰਨਾ ਜਿਹੜਾ ਹੈ ਫਿਰ ਅੱਲਾਹ ਤਾਲਾ ਤੇ ਜਿਹੜਾ ਨਾ ਈਮਾਨ ਦੀ ਕਮਜ਼ੋਰੀ ਹੈ ਇਨਸਾਨ ਦੀ। ਫਿਰ ਇੱਕ ਹੋਰ ਮਸਲਾ, ਕਮਜ਼ੋਰੀ ਬਲੀਵ ਫਿਰ ਇੱਕ ਹੋਰ ਮਸਲਾ ਹੈ ਕਿ ਤਕਦੀਰ ਤੋਂ ਭਾਗਣਾ, ਇਹ ਵੀ ਜਿਹੜਾ ਇਹਦੇ ਤੋਂ ਵੀ ਮਨਾ ਫਰਮਾਇਆ ਗਿਆ। ਮਿਸਾਲ ਦੇ ਤੌਰ ਤੇ ਇੱਕ ਜਗ੍ਹਾ ਤੇ ਬਿਮਾਰੀ ਐਸੀ ਆ ਗਈ ਹੈ ਜਾਂ ਕੋਵਿਡ ਆ ਗਿਆ, ਜਾਂ ਲੋਕ ਉੱਥੋਂ ਹਿਜਰਤ ਕਰਨ ਬਚਣ ਵਾਸਤੇ ਕਿ ਮੈਂ ਮਾਰ ਨਾ ਜਾਵਾਂ, ਮੈਨੂੰ ਚਿਮੜ ਗਈ, ਇਹਦੇ ਤੋਂ ਵੀ ਇਸਲਾਮ ਮਨਾ ਕਰਦਾ ਕਿ ਜਿੱਥੇ ਹੈ ਉਹ ਉੱਥੇ ਬਸ ਰੁਕ ਜਾਓ, ਉੱਥੇ ਹੀ ਨਾ ਉਧਰ ਤੁਸੀਂ ਅਗਰ ਕਿਸੇ ਜਗ੍ਹਾ ਤੇ ਬਿਮਾਰੀ ਫੈਲ ਗਈ ਹੈ ਨਾ ਉਸ ਤਰਫ ਸਫ਼ਰ ਕਰੋ ਤੇ ਨਾ ਉੱਥੋਂ ਨਿਕਲੋ, ਬਸ ਜਿੱਥੇ ਜਿੱਥੇ ਆਏ ਉੱਥੇ ਰਹੋ, ਕਿਉਂਕਿ ਅਗਰ ਉੱਥੋਂ ਨਸੋਗੇ ਜਾਨ ਬਚਾ ਕੇ ਤੇ ਇਸ ਨੀਅਤ ਨਾਲ ਕਿ ਮੈਂ ਮਰ ਜਾਵਾਂਗਾ, ਤੇ ਫਿਰ ਇਹ ਤਕਦੀਰ ਤੋਂ ਨਸਣੇ ਵਾਲੀ ਗੱਲ ਤੇ ਮਨਾ ਫਰਮਾਇਆ। ਓਕੇ ਕੈਸਰ ਭਾਈ, ਮੈਂ ਘਰੋਂ ਕਾਲ ਆ ਰਹੀ ਤੇ ਜ਼ਰਾ ਬਜ਼ੁਰਗਾਂ ਨਾਲ ਗੱਲ ਕਰ ਲਈ ਤੇ ਇਨਸ਼ਾਅੱਲਾ ਫਿਰ ਐਕਸ਼ਨ ਹੋਊਗੀ। ਥੈਂਕ ਯੂ ਸੋ ਮਚ ਰਾਜਾ। ਓਕੇ, ਬਹੁਤ ਸ਼ੁਕਰੀਆ। ਕੋਈ ਮਸਲਾ ਨਹੀਂ। ਹੈਲੋ, ਕੀ ਬ੍ਰੇਕਾਂ ਲੱਗ? वालेकुम सलाम। हाँ जी डॉक्टर साहब। जी मलिक साहब, की हाल है? शुक्र अल्हम्दुलिल्लाह। ਡਾਕਟਰ ਸਾਹਿਬ, ਉਹ ਅੰਸਰ ਰਜ਼ਾ ਮਰਬੀ ਸਾਹਿਬ ਨਾਲ ਗੱਲ ਹੋ ਗਈ ਤੁਹਾਡੀ? ਸ਼ਾਹ ਸਾਹਿਬ ਨਾਲ ਮੇਰੀ ਗੱਲ ਹੋ ਗਈ, अच्छा, ਉਹ ਕਹਿੰਦੇ ਨੇ ਮੈਂ ਰੈਡੀ ਹਾਂ ਐਨੀ ਟਾਈਮ। तो ठीक है, मैं तो अंसर साहब से ही ਤੁਸੀਂ बात ਦੱਸ हो ਦਿਓ गई। ਕਿਸ ਦਿਨ ਤੇ ਕਿਸ ਬਰਾਡ ਦੇ ਉੱਤੇ ਤੁਸੀਂ ਉਹਨਾਂ ਨੂੰ ਲੈ ਕੇ ਆਣਾ, ਤਾਂ ਕਿ ਮੈਂ ਸ਼ਾਹ ਸਾਹਿਬ ਨੂੰ ਫਿਰ ਬੁਲਾ ਲਵਾਂ। हमने तो मियाँ साहब को कह दिया हुआ है कि वो मामला तय कर लें, और चूंकि शाह साहब सिर्फ मियाँ साहब की ब्रॉड पे या मियाँ साहब के ज़ेर निगरानी बात करना चाहते हैं, तो हमने कहा चलें बात करें, सही किसी भी तरीके से करें। तो हमने मियाँ साहब को कह दिया कि वो मामला तय कर लें, और मियाँ साहब ने ये कहा है कि मैंने तो उनको शाह साहब को पर्सनल मैसेज किए हैं, लेकिन अच्छा पहले ख्वाहिश का इजहार भी शाह साहब ने किया था, और जब उनको पता लग गया कि तो अंसर साहब वाकई आ रहे हैं तो उसके बाद वो रब्ता करना छोड़ गए हैं। तो फिर अब क्या करें?
نہیں اگر ایسی آپ نے کوئی بات نہیں ہے کہ ان کو پتہ اگر چل آپ گیا کہ نے انصر اعظم ربی صاحب آ رہے ہیں. انہوں نے کیا اس سے پہلے کبھی انصر اعظم ربی صاحب سے اللہ بات بہتر نہیں کی؟ جانتا ہے، بارہا دفعہ ان کی بات ہوئی ہے. اللہ اب بہتر میری جو جانتا شاہ ہے. صاحب سے لیٹسٹ بات ہوئی تھی وہ یہی ہوئی تھی کب شاہ ہوئی صاحب تھی؟ کہ آپ 2 دن پہلے. ان سے کہیں جی میاں تو صاحب فیوریٹ 49 سے رابطہ کر جی لیں. جی میں نے ان کو بس بتا دیا ہے اور انہوں نے کہا ہے کہ میں تھوڑا سا اپنی مصروفیات میں ہوں. دیکھا. جیسے ہی میں فری ہوں گا میں میاں صاحب سے رابطہ بھی کروں گا اور ان سے ٹائم بھی طے کروں گا اور بات ہوگی. ایسا نہیں کہ کوئی بات نہیں اچھا ہوگی. جب مصروفیات ہیں سارا دن آپ کو براڈز میں نظر آئیں گے اور مصروف ہیں بہت زیادہ، چلیں ٹھیک ہے. نہیں تو آپ نے کب دیکھا ہے کہ وہ 2-3 گھنٹے جو ہیں وہ یہاں پہ براڈز پہ ہوتے ہیں؟ وہ 10 منٹ کے لیے آتے ہیں، 5 منٹ کے لیے آتے ہیں، پھر چلے جاتے ہیں. تو انصر گفتگو اعظم کون ربی سا صاحب سے بات جو ہوگی وہ کم از کم 2 گھنٹے سے تو کم نہیں ہو سکتی نا. کیا ایسے ہوگا کہ وہ آئیں گے 10 منٹ کے لیے اور بات کر کے وہ بھی چلے جائیں گے؟ چلیں ٹھیک ہے، ہو گیا جی بات، کیا انتظار خیال ہے؟ کرتے ہیں. ان سے پوچھ لیں کہ ان کے شیڈیول کب بتا رہا ہے، کب ٹائم ہے ان کے پاس، جی میں ان سے بھی بات کر کے اور میاں جی سے کیونکہ بات کر کے، مصروفیات کا کیونکہ بھی ایک میاں شیڈیول ہوتا ہے نا. نہیں دیکھے نا. اب میں کہہ دوں کہ میں شاہ صاحب کو ایگری کر لیا ہے، آگے سے انصر اعظم مربی صاحب کہیں کہ جی میں بزی ہوں، میرے پاس ٹائم نہیں، تو پھر آپ کیا کریں گے ڈاکٹر صاحب؟ تو بات ایسے ہوتی ہے کہ دونوں ہاں طرف سے لیکن جب میں انصر ایک کو کئی پوائنٹ. سالوں سے جانتا ہوں، وہ جب بھی کبھی کہیں گے میں بزی ہوں، ساتھ یہ بھی بتائیں گے کہ میرے پاس اگلے 2 دن یا 3 دن ٹائم نہیں ہے، فلاں ڈیٹ کو رکھ لیں یا فلاں ٹائم. ایک شیڈیول ہوتا ہے نا یہی تو ہمارے میں ہاں آپ ایک. کو کہہ رہا ہوں. اگر آپ یہی کے ہاں بزرگوں نے یہ کہہ دیا ہو کہ جی میں مصروف ہوں اور مصروفیت دیکھ کے بتاؤں گا، تو ان کو ساتھ یہ بھی بتا دینا چاہیے کہ مصروفیت منگل اگلے تک ہے یا اگلی جمعرات تک ہے یا اگلے مہینے کی 8 تاریخ تک میرا جو کیلنڈر ہے فل ہے. پتہ ہوتا ہی ہے نا انسان کو، انسان شیڈیول کرتا ہے. یہ تو آپ کو بھی پتہ ہے، ہمیں بھی پتہ ہے. اگر کوئی بندہ یہ کہہ دے جی میں مصروف ہوں پھر دیکھیں گے وقت ملے گا، تو اس کا کیا مطلب ہوتا ہے؟ اور ملک صاحب آپ سو رہے ہیں جاگ رہے ہیں؟ ختم نبوت کے مجاہد جاگتے رہتے ہیں ڈاکٹر صاحب. ختم نبوت کا مجاہد کل بھی سویا پڑا تھا لائن لگا کے. ایک آنکھ کھلی بھی تھی میری. کئی باری ختم نبوت تے کھبی مجاہد کھلی جڑا ہونی کراڑے تھوڑی، مار رہے ہوندے آ سوں کے. ایم ایل اے صاحب کھبی کھلی ہونی تھوڑی، وہ کھلی رہندی ہے. اصل میں ہم نا عامر نذیر بھائی کا انتظار کر رہے ہوتے ہیں، وہ آتے ہیں تو پھر ہم ذرا ریلیکس ہو جاتے ہیں. اچھا نہیں ہر وقت عامر کی چھتر چھائے میں رہنے کو عادت چھوڑ دیں، اس سے فائدہ نہیں ہوگا. اپنے قدموں پہ کھڑا ہونا سیکھیں. اور خیر ہو لا دے سرے سرے آنکھی کھل جائے گی تھوڑی سی شور نہ. پیر اسکانی صاحب بھی آئے ہیں، کہاں ہیں؟ یہ بیٹھے ہوئے ہیں، بات ہی نہیں کر اچھا رہے. نہیں پیر صاحب بچے ڈرتے ہیں، بات نہیں کرتے، گھبراتے ہیں میرے سے. پیر صاحب آپ ڈرتے ہیں؟ السلام علیکم جی، سوائے وعلیکم قادیانیت کو چھوڑ کے. علیکم. ہے یہ کون سا سلام پیر سلام صاحب، ہے؟ کیسے خیریت سے؟ یہ الحمدللہ. جی آپ کو سلام ہے، علی من اتباع الرشدہ. آپ کے لیے یہ سلام ہے ہماری طرف سے، ہے جو یہ رسول اللہ کون سا صلی اللہ علیہ سلام وسلم ہے؟ کی سنت ہے. آپ سلام کریں گے، آپ کے جواب میں ہم یہی کہیں گے، بس سلام من اتباع الہدیٰ. ٹھیک ہے؟ پہلے کرنا سیکھ لیں، اس کے بعد یہ پیر صاحب آئے ہیں ان سے رہنمائی لے لیں. مسلمہ کذاب کو بھی یہی کہا جائے تو ہم تو آپ کی جماعت کو ڈائریکٹ سیدھا کہتے ہیں ڈاکٹر صاحب. سلمہ کذاب کو تو سلام کیا ہی نہیں گیا خیر میرے خیال میں. اس کی ابھی تک جو ماننے والے ہیں ان کے لیے تخمین تقریب. اچھا سلام نہیں کیا ڈاکٹر جی، سلام نہیں کیا اس کو کسی نے خیال میں. منجی جی خیریت ہے؟ وہ یہ سارے سوئے ہوئے ہیں نیچے. اچھا پھر ان کا کیا کام ہے یہاں پر؟ سب کو لا بلا دیں لو. تلے پہ رہنا. ہاں. نہیں وہ اصل میں تھوڑا موبائل کو میں لاتا رہتا ہوں نا، تو جھولے آتے رہتے ہیں. ہاں اس لیے پیر صاحب نو بھی ہوٹے تو بہت پڑے جی. ابھی آپ کے یہاں رات ہے کافی. 12 بجنے کو ہے ان کی طرف، ابھی 12 رات بجے نہیں. 12 بجے. اچھا ہمارے اور تو آپ بابا ہوتے ہیں. اور ڈاکٹر صاحب کے
हमारे यहाँ 5 सुबह या शाम? सुबह अभी फजर की नमाज पढ़ी। हाँ फिर तो आपको फ्रेश होना चाहिए। रात सोए हैं या जागे हैं? बस सोए जागे दरमियान में रहे, 3-4 घंटे सो के बस उठ के ऊपर से मैं फ़ोन पकड़ लिया हाथ में, तो इनकी बातें सुन के तो फिर बस किधर गया सोएब राजा, सो गया। सोएब राजा, ओ राजा जावेद साहब, वो भी जावेद साहब अब नहीं है। ये भी सोए हुए हैं? हाँ जी, बहुत नाइस इंसान है, बहुत 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 नाइस इंसान। इंसान है हाँ। अल्लाह इन्हें इज्जत दे। अल्लाह का अच्छा भाई डॉक्टर जी, आप बताएंगे तो नहीं लेकिन फिर भी पूछना बनता है, ये क्या शोर शराबा आपकी तरफ से शुरू है कि सिखों के साथ मुसलमानों ने ये कर दिया वो कर दिया, ये क्या पागलपन है वैसे? अच्छा, इत्तेफाक की बात है कि मैं अभी तक किसी ऐसी नशिस्त में बैठा नहीं, ना मैंने ऐसी कोई बात सुनी है। मैं खुद बल्कि हैरान था कि ये एकदम जैसे बारिश में बरसाती वो आ जाते हैं ना पतंगे, इस तरह अचानक ही हर तरफ ही वो बाबा जी की तस्वीरें लगना शुरू हो गई हैं ब्रॉडवे पे। बस ये सही बात आपने की कि ये क्या है भाई, कहीं किसी छोटी लड़की हो बड़ी लड़की हो जो भी जबरदस्ती है, वो कानून नहीं है वहां पे, तुम लोग यहाँ गाली गलौज किस लिए करोगे? एकदम फजूल। अच्छा पीर साहब, मैं ना आपको वीडियो टैग करूँगा, बड़ी मज़े की बात है ये ना। वो एक इनकी कादियानियों की ब्रॉड पे एक सिख आए थे, वो तो बेचारा ये रो रहा था कि दोनों तरफ से नहीं होना चाहिए, मुसलमान भी हट जाए। अब उनको नहीं पता था कि ये कादियानी जमात है। तो सिख कहता है जनाब कि आपके मक्का मदीना की गुस्ताखी हुई है, उन्होंने हरकत बुरी की है, वो गंदे अंडे हैं सिखों में। तो कहता नहीं जी हमारी तालीम नहीं है, हम इस तरह गाली रिवर्स करें, इस तरह करें, तो गुस्ताखी जो करते हैं वो करते जाएं। तो सिख के अल्फाज थे, वो कहता फिर आप मुसलमान ही नहीं हो। जिन्होंने मुसलमानों ने ये देखा है वो उसके भी जवाब दे रहे हैं, आप में जज्बा ईमानियत ही नहीं है। इंशाल्लाह वो मैं ज़रूर अपनी तो सिख अगर कहेगा बेचारा, हाँ मैं ये हालात देख अच्छा रहा हूँ। अच्छा अच्छा सुन लीजिए अली खान भाई, जी 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 अली खान भाई सुन लीजिए, डॉक्टर साहब सुन रहे हैं? हाँ जी फरमाइए। अच्छा आप छोड़ें दूसरों को, ये कैसर साहब ने उसकी तस्वीर अपने उस पे लगाया हुआ था, जरा पूछिए कैसर को क्या हुआ था। अच्छा कैसे नहीं मिल गई थी? ओहो तस्वीर लगा के घूम रहा था, झंडे गाड़ी पे भी लगाई हुई थी। ऑर्डर आया था। अच्छा ऑर्डर आया था, मैं समझ गया। यानी मोहतरम आमिर नजीर साहब ने कहा था। बस जब ऑर्डर आया था तो फिर हम अपने बोल दो ना, अगर उन्होंने कहा था मैं सीधा कह दूंगा ठीक किया आपने। हाँ उन्होंने कहा तो फिर तो बस अच्छा किया आपने, बातें खत्म हो गई। लेकिन आप जरा देखें कैसर भाई, आप खुद सोचें, अगर कहीं किसी के साथ कोई ज्यादती हुई है, यहाँ ये आप लोगों को ये कि एक दूसरे के साथ लड़ना गाली गलौज करने की क्या जरूरत है भाई? इंग्लैंड में हुआ कहीं पर भाई, वो बेहतरीन वहां पर कानून है, वहां पर वो जाएंगे, सजाएं उनको होंगी। नहीं शोर शराबा करो, एक दूसरे को गाली दे दो, ये हुआ वो हुआ, ज्यादती हुई, जाओ ना। कानून यहाँ व्हाट्सएप में तुम कुछ भी नहीं कर सकते, मजीद गंदगी करोगे, जाओ वहां पर कानून के दरवाजे को खटखटाओ। अगर किसी के साथ ज्यादती हुई है अल्हम्दुलिल्लाह फैसला हो जाएगा, बस अल्लाह अल्लाह खैर सल्ला। यहाँ और मकासद थे जिनको पूरा किया जा रहा है, कोई हमदर्दी वमदर्दी की बात नहीं। यहाँ पे लोग अपनी ब्रॉड को चमका रहे हैं बस। जना जी मलिक साहब, और भी काम की बात है या जाके सो जाएं फिर? बस सो जाएंगे, सो जाएं, करते हैं। ओके फिर काफी जाएंगे। बिल्कुल मलिक साहब, आपको भी सोना है तो आप भी सो जाइए। नहीं मैं क्यों सोऊंगा, आप बैठे हैं तो मैं सो जाऊंगा। क्या मेरी बात कर रहे आदत नहीं है सोए मेरे दुश्मन। के सो जाएंगे। जी भाई, मलिक साहब कह रहे हैं आप सोए मेरे दुश्मन। सोए मेरे ना मेरी दुश्मन, आदत नहीं है कि ये दोस्त आपके यहाँ पर सोए हुए, आप कहते दुश्मन, इनको दुश्मन कहेंगे? मेरी ये आदत नहीं है कि घर मेहमान बुला के सो जाए बंदा, तो बात। हाँ वो तो हमेशा घर में बेटे हुए, बेटे में चाय के इंतजार में
تو رات ہو جاتی ہے، لوگ چلے جاتے ہیں وہاں سے کچن کا دروازہ کھلتا ہی نہیں وہاں سے کچھ بھی نہیں آتا. صحیح بات. ویسے میں آپ کو بتاؤں، جب میں پاکستان میں تھا نا تو میرے گھر پہ کوئی نوکر ٹھہرتا نہیں تھا، کیونکہ ہر ٹائم ہی وہاں پہ مہمانوں کا رش لگا رہتا تھا، اور پارٹی ہو رہی ہے اور لوگ آ رہے ہیں جا رہے ہیں آ رہے ہیں جا رہے ہیں. آپ یقین کریں کہ ہر ٹائم گھر کے باہر گاڑیاں کھڑی رہتی تھی، اتنا زیادہ لوگوں کا آنا جانا تھا. جی میرے گھر پہ کوئی ٹکتا نہیں تھا کہ آرام سے کوئی نوکر ٹک جائے، کیونکہ کام ہوگا جائے. اچھا اچھا. مہمانداری اتنی زیادہ تھی. جی امریکہ جی میں جی. بھی ایسے ہی ہے، یہاں بھی ایسے ہی ہے. یہاں بھی میرے گھر پہ بس مجھے بہت اچھا لگتا ہے جب کوئی میرے پاس مہمان آئے، میرا دل بہت خوش ہوتا ہے اس ٹائم پہ. آپ کے پاس مہمان آئے آپ خوش ہوتے ہیں؟ دکھ ہوتا ہے؟ میں نے کچھ صحیح نہیں سنا. خوش ہوتا ہوں، میں بہت خوش ہوتا ہوں. ہاں ہاں. کہ مہمان کیوں آئے ہیں؟ ہاں، مہمانوں کو میں بلاتا ہوں خود، آؤ. اچھا بھائی جان، رات کو وہاں بہت اچھی گفتگو چل رہی تھی سردار اعلیٰ کے روڈ پہ. ہاں جی. سید ظفر اللہ شاہ گفتگو کر رہے تھے. جس طرح آپ نے کہا نا، میں بھی سو گیا تھا. ہاں جب جاگا ہوں تو خبر خیر ہے، کوئی کچھ بھی نہیں ہے، نہ کوئی گفتگو تھی، نہ کوئی سردار اعلیٰ ہے، نہ کوئی بروڑ ہے، کچھ بھی نہیں. اچھا میں حیران ہوں. اچھا جاگتے ہی مجھے یاد تو آیا کہ سید ظفر اللہ شاہ گفتگو کر رہے تھے. میں ادھر ادھر دیکھنے لگا، کہاں آئے؟ بعد میں یاد ہے وہ تو کیا نام ہے، آپ ٹیلی فون پہ تھے، ٹک ٹک تھا تو آپ سو گئے تھے. میں نے سوچا کہیں ادھر ادھر بیٹھے ہوئے بات کر رہے تھے. اچھا پھر ہوا کیا ہے بتائیے. آپ نے سنی، لیکن بہت بہترین گفتگو کی جا رہی تھی. تھوڑا سا ڈسٹرب کرنے کی کوشش کی، وہ کیا نام ہے اپنا سردار اعلیٰ ادھر ادھر ہاتھ پیر مارنے کی کوشش کی کہ بات کو کہیں ختم ہی کر دیا جائے. لیکن سید ظفر اللہ شاہ نے گلے سے پکڑا ہوا تھا کہ بھئی بیٹا سنو، تم سے جو بھی کہہ رہا تھا کہ سن تو لو. بہت ہی مجبور، لاچار. آگے چلانے دیا یا نہیں دیا؟ آگے چلانے دیا. کافی دیر بات چیت ہوئی، ہاں اینڈ تک بات ہوئی. الحمدللہ. لیکن ایک مسئلہ ہے سردار اعلیٰ کا کہ جس ٹائم کوئی حوالہ پڑا جائے نا تو وہ مرزائیوں کے آگے کھڑے ہو جاتے ہیں. یہی تو میں بتا رہا ہوں نا. اور جی جی. تھوڑی دیر کے بعد وہ ساروں کو اکٹھا کر کے مرزائیوں کو جی دھرے مارتے ہیں، ان کو رکھ کے مزاج چلاؤ جاتے ہیں. اچھا ملک بھائی وہ اصل میں آپ شاید میری بات سے اتفاق بھی کریں گے، وہ آئے ہیں بنی اسرائیلیوں کے ہتے. یقین کریں انہوں نے جو اپنے اب نئے عقائد پڑھ لیے ہیں نا، وہ سن کے تو میں حیران ہو گیا. ان طلعت صاحب کا بھی یہ ماننا ہے کہ قرآن پاک رسول اللہ صلی اللہ علیہ وسلم پہ پورا ان پہ نازل نہیں ہوا، پہلے کلام چلتے آئے ہیں تو پورا کمپلیٹ ان پہ آ کے ہوا. تو وہ کچھ یہ نرم گوشہ بھی رکھتے ہیں قادیان ان کے بنی اسرائیلوں کے حساب سے نا. تو پھر وہ قادیانیوں کو بھی منجی ٹھوک کر رکھتے ہوئے، چپ کرو ذرا، تم حوالہ بیان کرتے تو کرنے تھے. یہ کہانی بھی ہو سکتی ہے، آئی بلیو سو. نہیں ہم اچھا بات کر رہے ہیں حسینی صاحب. وہ اچھا جی پورا کیجیے اپنی بات کو. اچھی بات بتا رہے تھے آپ. عجیب قسم کے ڈیزائن ہیں کہ ان کو اتنی سمجھ نہیں آتی کہ حسینی صاحب تم سب کو بٹھا کر یہ بتاتے ہیں کہ جس پہ تم بلیو کرتے ہو وہ نبی نہیں ہے. اور یہ لوگ سارا دن سردار اعلیٰ کو سلام پیش کرتے ہیں. آپ کو یہ لگتا ہے کہ یہی کہہ رہے ہیں؟ اور بھی بہت کچھ کہتے ہیں. نہیں میں آپ سے یہ پوچھ رہا ہوں بھائی، کیا آپ کا یہ تخمینہ ہے یا یہ آپ کا ون ہے
ये गुमान है गुफ्तगू से जो कुछ सुनी है आपने ये कशीद कर लिया कि वो यही बताना चाहते हैं कि नबी नहीं है। बिल्कुल। अच्छा, फिर ये कल जो गुफ्तगू आपने सुनी, थोड़ी मैंने सुन ली थी, तो खातिम के बारे में मोहर जोर दे रहे थे और काफ़ी थोड़े से सांस भी ऊपर नीचे हो गई थी जब सैयद ज़फ़रुल्लाह शाह बात कर रहे थे कि ये सील के मानों में है। बहुत कोशिश की, वजह इसकी क्या वजह है? देखिए, मैं तो सिर्फ एक चीज़ के ऊपर यकीन रखता हूँ, मैंने तो कोई और तर्जुमा दुनिया में करना ही नहीं है। अगर अल्लाह के नबी ने तर्जुमा कर दिया ना, वो तो उसकी आला और अरफा है। तशरीफ फरमा दी कि आना खातम नबीयीन नबी बाद बस। क्या बात है, बिल्कुल ये तो ठीक है। इसके बाद अगर कोई बंदा मेरे सामने मेरी गर्दन पे तलवार रख के भी कहे ना कि इसका मतलब तू मोहर कर, कम से कम इस आयत का मतलब मैं मोहर नहीं करूंगा। माशाल्लाह, ये तो है, ये तो 100% सच है और यही अकीदा है हमारा। लेकिन मैं कह रहा हूँ कि अगर आप ये समझते हैं, जिस तरह आपने फरमाया कि उनकी गुफ्तगू का खुलासा जो आपने निकाला है, जौहर निकाला है, वो ये है कि मैसेज ये देना चाहते हैं, भले वो अपने लफ्ज़ों में दे रहे हो, लेकिन वो ये दे रहे हैं कि नबी नहीं है कोई नबी अलैहिस्सलाम के बाद। यस। हाँ, तो ये किस तरह से कि जब वो सील पे डटे हुए थे और उसको मोहर, थोड़ा सा चले मोहर कर लीजिए, ये मिसाल दी वो मिसाल दी, कि क्या वजह है फिर? नहीं, असल वजह पता है कि उनकी बात को अगर आप वो पूरा समझते ना, पीछे से देखते हुए आते बात को, हाँ, तो वो यही बयान कर रहे थे कि इस आयत का तर्जुमा तो रसूलुल्लाह सल्लल्लाहु अलैहि वसल्लम ने खुद कर दिया है, इससे तो हम आगे पीछे जा नहीं सकते। वैसे अरबी लुगत में आप इसका मतलब मोहर भी कर सकते हैं, इसका मतलब अंगूठी भी कर सकते हैं, कर ही रखो, कोई इतराज नहीं। लेकिन कुरान की जो आयत है, जो कुरान उसका मतलब कर रहा है और रसूलुल्लाह सल्लल्लाहु अलैहि वसल्लम जो उसकी तशरीफ फरमा रहे हैं, वो यही है कि उनके बाद अब कोई नबी नहीं है। अच्छा, पीछे से ये गुफ्तगू चल रही थी यानी? मलिक हाँ, पीर साहब, एक और बड़ी ट्विस्टिंग बात बताऊं आपको पीर साहब। ये 2-3 दिन पहले की बात है, मलिक साहब उसी ब्रॉड पे थे, तलत सरदार आला की ब्रॉड पे, तो वहाँ बहस हुई थी इसी आयत पे। तो कैसर भाई ने ये हदीस मुबारका पेश की थी कि 30 दजाल और वो कज़ाब आएंगे। तो लेकिन एंड पे इन्होंने हदीस मुबारका में ये भी है ना कि ला नबी आबादी, कि नबी नहीं है। तो कादियानी उस बात पे बहस कर रहा था कि ये आ जाए तो क्या करें, इनकी हालत देख लो जरा। फिर से दोहरा दीजिए, समझ नहीं आया। मैंने एक हदीस पेश की थी जी, हाँ जी, सल्लल्लाहु अलैहि वसल्लम का इरशाद है कि मेरे बाद 30 झूठे दज्जाल आएंगे जो नबूवत का दावा करेंगे। जी, और फिर कुरान पाक की आयत की तशरीह करते हुए फरमाया आना खातमुन नबीय्यीन ला नबी बाद। बिल्कुल ऐसा ही है। तो फिर कह रहे 30 के बाद 31 अगर आ गया, 32 आ गया, और मैं क्या 32 आए 1000 2032 आ जाए, आखिर में तो पढ़ के क्या लिखा हुआ है? आखिर में लिखा हुआ है कि आना खातमुन नबीय्यीन ला नबी बाद। जबरदस्त, खत्म हो गई। बड़ी खूबसूरत बात हुई थी वो वहाँ पे। ये आखिर ली में ना, पढ़ता नहीं है। उसके अच्छा, फिर बाद क्या हुआ आखिर में? आखिर में फिर ये हुआ, कहते कि तू वही जो होता है, तुम्हें यहाँ पे फैम लेना पड़ेगा, तुम्हें यहाँ पे समझना पड़ेगा। और मैं क्या फैम लेने की क्या जरूरत है जब अल्लाह के नबी ने फैम दे दिया है, तुमसे लेना है फैम। अल्लाह की नबी से हम अपनी आवाज भी ऊंची नहीं कर सकते ना। हमें तो हुक्म ये है कि अपनी आवाज को अल्लाह के नबी से ऊंचा ना करो। तो अल्लाह के नबी की यही आवाज है भाई कि अब उनके बाद कोई नबी नहीं। और तुम लोग, अच्छा ये देखें अस्सलाम वालेकुम वरहमतुल्लाहि वबरकातुहू। वालेकुम अस्सलाम। वालेकुम सलाम और रहमतुल्लाह। देखें भाई,
ایک تو یہ کہتے ہیں دیکھ کہ لا نبی بعدی، ایک تو تعویل یہی جو آپ نے کی، اور ایک تعویل یہ کہتے ہیں نبی علیہ السلام نے جو فرمایا، پتہ ہے کیا کہتے ہیں؟ کہتے ہیں میرے فوراً بعد نہیں ہاں آپ میری بات سمجھ گئے؟ کہتے ہیں میرے فوراً بعد، یعنی میں وفات ہو گیا اسی وقت ایک نبی نہیں آئے گا. ہاں بعد میں تو ٹھیک ہے، سمجھ رہے ہیں بھئی یہ کہاں سے آپ نے لے لیا؟ کہتے پھر دکھا دو کہ نبی علیہ السلام نے یہ کہا ہو کہ قیامت تک کوئی نہیں آئے گا، اب قیامت کے لفظ دکھانے ہوں گے. اچھا یہ فوراً جو ڈال رہے ہو یہ کیا ہے؟ ہاں قیصر بھائی یہی بات ہے. پھر وہ کہتے ہیں کہ نہیں پھر باقی حدیثوں کو پڑھے. میں نے کہا ہاں کون سی؟ وہ جس میں 4 دفعہ نبی اللہ کہا گیا ہے، وہ جس میں عیسیٰ ابن مریم کے نزول کی بات ہے. میں کیا ہوں تو اسی عیسیٰ ابن مریم کو زندہ کرنے لگ پڑے. وہ تو تم نے قرآن پاک کو فوت کر دیا، میں آپ کیوں زندہ کرتے ہو؟ پیر صاحب ایک اور بے وقوفانہ بات بتاؤں ان کی. ہم نے یہ جو ٹروتھ سیکر آتا ہے نا قادیانی، اس کو ہم نے پکڑا وہاں پہ کہ تم لوگ کہتے ہو کہ مرزا قادیانی کا دعویٰ ہے عین محمد کا، شریعت کوئی نہیں ہے اور وہی سیم چیز ہے. تو میں نے کہا جی یہ جو سود حلال کر کے اس کا استعمال بتا دیا، اس کا کیا طریقہ ہے؟ اچھا اس کی طویل پتہ کیا کہ اس نے کہتا ہے جی وہ تو جب آپ بینک میں پیسہ رکھتے ہیں سود آپ کو ملنا ہے تو اس کو استعمال کرنے کا طریقہ بتایا، حلال نہیں قرار دیا. میں نے کہا جب شریعت محمدی میں یہ ہے کہ جس نے سود لیا اور دیا اس نے اللہ اور اس کے نبی سے جنگ کر دی. اب تمہیں سود مل گیا ہے، تم اس سے آگے والی بات کر رہے ہو، ایکسیپٹ کر کے پھر اس کو بتا رہے ہو اشاعت اسلام میں لگاؤ، تو تم یہ کون سی طویل دے رہے ہو؟ پہلے اس بات پہ تو کھڑے رہو نا کہ اس نے شریعت محمدی کی خلاف ورزی کی. نہیں جی وہ جناب جنگ میں گھوڑا بھی جائز ہوتا ہے، کھا سکتے ہیں. تو خلیفہ وقت اور بابر بھائی کہتے یار تمہاری کون سی جان ہاتھ پہ آ گئی تھی کہ تمہیں سود کا پیسہ کھانا پڑ گیا؟ بتاؤ، اندازہ کر لے ذرا. یہ اتنی بے وقوفانہ بات ہے ان کی کہ جب ایک چیز ہے جو حرام اللہ اور اس کے نبی سے جنگ کہہ دی گئی ہے، تو اس کے پیسے آنے کو تم لوگ قادیانی کہہ رہے ہیں کہ جناب اشاعت اسلام میں لگائیں اس کو. دیکھ لیں، حد دیکھ لیں. کہتے یہ وہ طریقہ بتا دیا، اگر کوئی گورا سود کے پیسے آپ کے گھر پھینک جائے زبردستی تو اس کو استعمال کیسے کرنا ہے. یہ ان کے منہ بولے نبی کا فتویٰ ہے جی، سن لیں ذرا. بھائی جان ایسے ہی ترہات ہیں، کچھ نہیں. کل ضیاء رسول صاحب شاید سنا ہو آپ نے یا آپ موجود نہیں تھے، لیکن قیصر صاحب تھے. بہت اچھا سوال کیا ضیاء رسول صاحب نے. کہا دیکھو یہ جو آیا 4 دفعہ نبی اللہ حضرت عیسیٰ کے بارے میں، یہ جو وہی اللہ پاک کریں گے حضرت عیسیٰ کو، کیونکہ وہ یہی کہتے ہیں، تم لوگ کہتے ہو کہ وہ نبی نہیں ہوں گے تو حدیث میں یا نبی اللہ ہے. اور دوسرا یہ کہ وَإِذْ أَوْحَى اللَّهُ، جب اللہ وہی کریں گے حضرت عیسیٰ کو، تو غلام محمد قادیانی اپنے آپ کو حضرت عیسیٰ ہی کہتے ہیں. تو بتاؤ کہ یہ وہی ہوا ہے اس پہ یا نہیں ہوا؟ یہاں پھر جو ہے وہ توک جو ہے اس کے گلے میں پس گیا، گلا سوکھ گیا بیچارے کا. کوئی جواب نہیں آیا. قیصر بھائی آپ تھے؟ نہیں میں نہیں تھا. اور اچھا یہ بہت ہی بہترین سوال تھا جو دیکھیے گا ماما ہاتھ نہیں کون سا سوال؟ ہاں ایک منٹ بابا. وہ میں ایکسپلین کر دیتا ہوں اگر ہم مصروف ہیں پیر صاحب. وہ کل ہم نے ضیاء رسول بھائی کو بلا کے دوبارہ سمجھا ان سے کہ کیا کہانی ہے. وہ ایک قادیانی جو ایک حدیث پیش کرتے ہیں نا کہ نبی آئے گا، نبی اللہ کہا 3 دفعہ. مسلم شریف کی حدیث ہے 7373. تو صرف دجل کے لیے بولتے ہیں کہ نبی اللہ 3 دفعہ کہا گیا ہے. تو وہ کس کو کہا گیا ہے؟ وہ حدیث شریف بہت لمبی ہے. بالکل. اس میں یہ بھی حدیث شریف میں آیا ہے کہ اللہ تعالیٰ نے اللہ تعالیٰ ان کو وحی کر کے بتائے گا کہ جو یوج مجوج یا اس طرح کی چیزیں فتنے ہیں، ہاں یاجوج اور ماجوج قابو نہیں آئیں گے. جی یہ تم سے قابو نہیں آئیں گے. اپنی رعایا کو لے کے پہاڑ کی طرف چلے جاؤ.
जी वो बिल्कुल, वही तूर तूर होगी ईसा अलैहिस्सलाम को इला तूर की तूर, तरफ लफ्ज तूर है, जी जी हाँ, इला तूर, बिल्कुल बिल्कुल। हाँ तो जी जी। आप पीर साहब एक्सप्लेन कर रहे हैं, ना मैं ना ना म्यूट ना, आप करता हूँ माइक, बेहतरीन आप कर अच्छी रहे हैं, तरह आप बयान जाइए जाइए, आप बेहतरीन कर रहे हैं, जी जी। जी। नहीं नहीं नहीं, मैं सीरियस कह रहा हूँ, मेरी तरफ थोड़ा शोर है तो आप मतलब नहीं नहीं, साहब अच्छी आप तरह कीजिए समझा ना देगा मोहतरम बात। भाई, आप कीजिए कीजिए। अच्छा, तो वो तूर की तरफ चले जाना, ये अल्लाह की तरफ से हज़रत ईसा अलैहिस्सलाम को वही होगी, ये हदीस शरीफ में है और ये सही हदीस है। इसको मिर्ज़ा कादियानी ने अपने रेफरेंस में इसको ज़ईफ़ कहा, ये कह दिया, वो कह दिया, लेकिन कादियानी अपनी दलील के तौर पर इसी हदीस का कुछ हिस्सा बयान करते हैं कि नबीउल्लाह कहा गया है। किसको कहा गया है जी? मर्तबा ये नबीउल्लाह वो बात है, हाँ 3 मरतबा। चार तो मलक चार साहब ये आपने 4 अली भाई, हाँ चार मलक साहब मरतबा। आप जी 4 मरतबा। मतलब कैसर भाई, आप बड़े वही अंदाज में, जो आपका स्टांस है उसी स्टांस में ये सवाल रखना है। ये आप अच्छा अगर नहीं कैसर समझ लगी साहब, मेरे अल्फाज तो पीर साहब, हाँ जी पीर जी, साहब को फिर कैसर पूछते साहब हैं। आपने समझ लिया ये सवाल या नहीं? अभी समझ रहा हूँ, पूरी बात नहीं हुई ना। अच्छा देखें, एक हदीस है 7373 नंबर है हदीस का, लंबी हदीस है, जिसमें दज्जाल का और याजूज और माजूज का उसमें बयान है। और जब याजूज और माजूज निकलेंगे तो उस वक्त अल्लाह पाक वही करेंगे हज़रत ईसा को कि जो लोग तुम्हारे साथ हैं, जो जंगजू तुम्हारे साथ हैं, इनको लेकर तूर पहाड़ के पीछे जाकर महसूर हो जाओ। वजह इसकी है कि लड़ाई चल रही है और ये जंगजू लड़ाई कर रहे हैं। अब ये याजूज और माजूज एक ऐसी जो है बला होगी, ऐसी ताकत होगी कि उससे किसी को उनका मुकाबला वो नहीं कर सकते, हदीस में है। उस वक्त हज़रत ईसा को वही होगा कि अपने लोगों को लेकर, जंगजुओं को लेकर मुकाबले के लिए, उनसे मुकाबला मत करो, जाकर महसूर हो जाओ, क्योंकि इनसे मुकाबले करने की किसी को ताकत नहीं, ऐसी मखलूक है वो अल्लाह पाक की। खैर, तो हज़रत ईसा यही करेंगे, लोगों को लेकर वही महसूर हो जाएंगे। हदीस अभी भी बाकी है कि उनके साथ बाद में क्या होगा, बहुत लंबी है। तो सवाल सिर्फ इतना है कि तुम लोग ये कहते हो कि हज़रत ईसा है, वो है कि नहीं? हाँ जी। अगर हज़रत ईसा है, ये तमाम हदीसें आप पिट करते हो हज़रत गुलाम अहमद कादियानी पे, तो बताओ ये वही कब हुआ गुलाम अहमद कादियानी पे? क्योंकि अगर हज़रत ईसा ये तो वही होगा उस पे। 4 मरतबा नबीउल्लाह कहा, तो अल्लाह ने 4 मरतबा नबीउल्लाह कहा गुलाम अहमद कादियानी को, कहाँ उसने लिखा हुआ है, उसकी किताबों में कहाँ मौजूद है, कब ये कहा कि ये मुझ पर ये वही हुआ है? अब ये है वो सवाल जिससे मौत निकल आ जाती है उनको। समझे ये नहीं? जबरदस्त, आप समझिए। मैं क्योंकि उन्होंने कहा नहीं कि ये मुझ पर वही हुआ अपनी किताब में, भले नहीं। इसका जिक्र किया हो, लेकिन ये नहीं कहा मुझ पे ये वही हुआ है। जिस तरह से कुरान को लेकर कहता है ये वही मुझ पे हुआ, ये आयत मुझ पे उतरी। तो यहाँ जो तुम लोग इस्तदलाल करते हो कि हज़रत ईसा नबीउल्लाह हैं, 4 मरतबा नबीउल्लाह कहा गया है और उस पर वही होगा, जबकि मुसलमानों का दावा यह है कि वही का दरवाज़ा बंद है। देखो हदीस में है कि हज़रत ईसा पे वही होगा। तो फिर इसका जो इल्ज़ामी जवाब है, अच्छा ठीक है, आप ये कहते हैं तो बताइए ये वही गुलाम अहमद कादियानी पे हुआ या नहीं हुआ? अगर नहीं हुआ तो कैसे नबीउल्लाह हैं और कैसे जो है वो हज़रत ईसा हैं? समझ गए कैसर भाई? बहुत जबरदस्त जी, ये है वो सवाल जो उन्होंने किया था अपना जिया रसूल साहब ने, जिसका जवाब नहीं दे सके। शोएब राजा जी 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 जी, सर, पीर ये साहब, मैंने अस्सलाम मिर्ज़ा का वालेकुम सलाम रहमतुल्लाह। फिर साहब ये मैंने मिर्ज़ा कादियानी का दावा ये हवाला लगाया, आखिरी 4 लाइन में उसने इस हदीस के साथ दजल किया हुआ। अगर आप अरबी पढ़ सकते हैं बगैर अराब के तो ये भी देख लें ज़रा एक दफ़ा, और मज़ीद समझ आएगी कि मिर्ज़ा कादियानी क्या कहता है। लास्ट 4 लाइन है ज़िया रसूल भाई ने ना मेंशन की थी। नहीं, वो तो पढ़ तो लेंगे, लेकिन मैं तो अभी तो गाड़ी चला रहा हूँ, लेकिन इतना छोटा भी मेरे लिए पढ़ना मुश्किल है।